ਦਰਸ਼ਕ ਦੋਸਤੋ, ਪੰਜਾਬ ਦੀ ਧਰਤੀ ਤੋਂ 26 ਨਵੰਬਰ 2020 ਨੂੰ ਇੱਕ ਤੂਫਾਨ ਉੱਠਿਆ ਸੀ। ਜਿਹੜਾ ਤੂਫਾਨ ਪੰਜਾਬ ਦੀ ਧਰਤੀ ਤੋਂ ਸ਼ੁਰੂ ਹੋ ਕੇ ਸਾਰੇ ਸੰਸਾਰ 'ਚ ਫੈਲ ਗਿਆ ਇੱਕ ਸਾਲ ਦੇ ਵਿੱਚ। ਇਸ ਤੂਫਾਨ 'ਚ ਪਿੰਡ ਕੌਂਕੇ ਕਲਾਂ ਜ਼ਿਲ੍ਹਾ ਲੁਧਿਆਣਾ ਦਾ ਵੱਡਾ ਯੋਗਦਾਨ ਰਿਹਾ। ਇਸ ਯੋਗਦਾਨ ਦੀ ਗੱਲ ਅੱਜ ਆਪਾਂ ਕਰਾਂਗੇ। ਇਹਦੇ 'ਚ ਬਹੁਤ ਵੱਡੀ ਸ਼ਮੂਲੀਅਤ ਔਰਤਾਂ ਵੱਲੋਂ ਅਤੇ ਇੱਥੋਂ ਦੇ ਵਾਸੀਆਂ ਵੱਲੋਂ ਕੀਤੀ ਗਈ ਆ। ਹਰ ਕਿਸਮ ਦੀ ਮਦਦ, ਹਰ ਕਿਸਮ ਦੀ ਸਹਾਇਤਾ, ਭਾਵੇਂ ਉਹ ਲੜਾਈ ਪੱਖੋਂ ਸੀ, ਭਾਵੇਂ ਉਹ ਰਾਸ਼ਨ ਪਾਣੀ ਪੱਖੋਂ ਸੀ, ਭਾਵੇਂ ਕਿਸੇ ਵੀ ਪੱਖੋਂ ਸੀ, ਉਹ ਸ਼ਮੂਲੀਅਤ ਇਸ ਪਿੰਡ ਵੱਲੋਂ ਕੀਤੀ ਗਈ ਆ। ਅੱਜ ਆਪਾਂ 26 ਜਨਵਰੀ ਨੂੰ ਜਦੋਂ ਅਸੀਂ ਕਿਉਂਕਿ ਉਸ ਦਿਨ ਬਹੁਤ ਵੱਡੀ ਪੱਧਰ 'ਤੇ ਸਮਾਜ ਮੋਰਚੇ ਵੱਲੋਂ, ਸਾਡੇ ਕਿਸਾਨ ਮੋਰਚੇ ਵੱਲੋਂ ਹੁਕਮ ਹੋਇਆ ਸੀ ਕਿ ਪਿੰਡਾਂ 'ਚ 26 ਜਨਵਰੀ ਮਨਾਈ ਜਾਵੇ। ਉਸ ਸੰਬੰਧ 'ਚ ਔਰਤਾਂ ਨੇ ਅਤੇ ਇੱਥੋਂ ਦੇ ਕਿਸਾਨ ਦੋਸਤਾਂ, ਮਜ਼ਦੂਰ ਦੋਸਤਾਂ ਨੇ ਮਿਲ ਕੇ ਕਿਸ ਤਰ੍ਹਾਂ ਉਹ 26 ਜਨਵਰੀ ਮਨਾਈ ਹੈ, ਉਹਦੀਆਂ ਝਾਕੀਆਂ ਵੀ ਅੱਜ ਤੁਹਾਨੂੰ ਦਿਖਾਉਂਦੇ ਜਾਵਾਂਗੇ। ਨਾਲ ਦੀ ਨਾਲ ਆਪਾਂ ਇਸ ਪੰਜਾਬ 'ਚੋਂ ਪਹਿਲਾਂ ਉੱਠੇ ਤੂਫਾਨਾਂ ਦੀ ਗੱਲ ਵੀ ਕਰਨੀ ਹੈ। ਪਹਿਲਾਂ ਵੀ ਅਨੇਕਾਂ ਤੂਫਾਨ ਇਸ ਪਿੰਡ 'ਚੋਂ ਉੱਠਦੇ ਰਹੇ ਹੈ ਅਤੇ ਉਹਨਾਂ ਤੂਫਾਨਾਂ 'ਚ ਕੌਂਕੇ ਕਲਾਂ ਦਾ ਯੋਗਦਾਨ ਹੁਣ ਤੱਕ ਕੀ ਰਿਹਾ, ਇਹ ਵੀ ਆਪਾਂ ਗੱਲ ਸਾਂਝੀ ਕਰਨੀ ਹੈ। ਕਿਉਂਕਿ ਕੌਂਕੇ ਕਲਾਂ ਦੇ ਨਾਲ ਹੁਣ ਤੱਕ ਸੰਬੰਧਿਤ ਮਾਤਾ ਕਿਸ਼ਨ ਕੌਰ ਜੀ ਨੇ ਬਹੁਤ ਵੱਡੀ ਲੜਾਈ ਅੰਗਰੇਜ਼ਾਂ ਦੇ ਖਿਲਾਫ, ਭਾਵੇਂ ਉਹ ਗੰਗਸਰ ਜੈਤੋ ਦੀ ਸੀ ਅਤੇ ਭਾਵੇਂ ਉਹ ਹੋਰ ਮੋਰਚਿਆਂ ਦੀ ਸੀ, ਉਹ ਲੜੀ ਹੈ। ਅਤੇ ਇਸੇ ਤਰ੍ਹਾਂ ਸਰਦਾਰ ਸ਼ਾਮ ਸਿੰਘ ਅਟਾਰੀ ਜੀ ਨੇ ਬਹੁਤ ਵੱਡਾ ਜੰਗ 'ਚ ਹਿੱਸਾ ਪਾਇਆ। ਉਹਦੀ ਗੱਲ ਵੀ ਅੱਜ ਆਪਾਂ ਇਸ 'ਚ ਕਰਾਂਗੇ। ਅਤੇ ਨਾਲ ਦੀ ਨਾਲ ਇੱਥੋਂ ਦੇ ਗੁਰਦੇਵ ਸਿੰਘ, ਭਾਈ ਗੁਰਦੇਵ ਸਿੰਘ ਕੌਂਕੇ, ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ, ਉਹਨਾਂ ਨੇ ਵੀ ਇਸ ਜਿਹੜਾ ਸੰਘਰਸ਼ ਪਿੱਛੇ ਹੋਇਆ ਸੀ ਉਹਦੇ 'ਚ ਹਿੱਸਾ ਪਾਇਆ ਸੀ। ਉਸ ਦਾ ਵੀ ਆਪਾਂ ਯਤਨ ਕਰਾਂਗੇ ਨਾਲ ਦੀ ਨਾਲ ਗੱਲਾਂ ਕਰਨ ਦਾ। ਸਭ ਤੋਂ ਪਹਿਲਾਂ ਆਪਾਂ, ਕਿਉਂਕਿ ਅੱਜ ਵਾਲਾ ਜਿਹੜਾ ਸਾਡਾ ਇਹ 26 ਜਨਵਰੀ ਦਾ ਪ੍ਰੋਗਰਾਮ ਹੈ, ਇਹਦੇ 'ਚ ਬਹੁਤ ਵੱਡੀ ਪੱਧਰ 'ਤੇ ਬੀਬੀਆਂ ਦੀ ਸ਼ਮੂਲੀਅਤ ਹੈ। ਅਤੇ ਇੱਥੋਂ ਦੀ ਕੋਈ ਬੀਬੀ ਜਿਹੜੀ ਪਹਿਲਾਂ ਸਾਡੇ ਕੋਲੋਂ ਵਿਛੜੀ ਹੈ ਬਹੁਤ ਦੇਰ, ਅਤੇ ਬਹੁਤ ਕੁਰਬਾਨੀਆਂ ਕਰਕੇ ਗਈ ਹੈ ਕੌਂਕੇ ਕਲਾਂ ਦੀ, ਉਹਦੀ ਜ਼ਿੰਦਗੀ 'ਤੇ
ਤੁਸੀਂ ਕੋਈ ਕਹਿਣਾ ਚਾਹੋਗੇ ਦਰਸ਼ਕਾਂ ਨੂੰ? ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ। ਮੋਦੀ ਤੈਨੂੰ ਫੇਮ ਸਾਡਾ ਏਕਾ ਫੇਮ ਮੋਦੀ ਤੈਨੂੰ ਫੇਮ ਸਾਡਾ ਏਕਾ ਫੇਮ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਫੇਸਬੁੱਕ ਤੇ ਲਾਈਵ। ਅੱਛਾ ਠੀਕ ਆ ਠੀਕ ਆ। ਤੇ ਗੋਲਾ ਰੱਖ ਦਿਆਂਗੇ ਟਿੱਕੀ ਟੁੱਕੀ ਚੱਕ ਦਿਆਂਗੇ ਚੱਕ ਦਿਆਂਗੇ ਤੇ ਗੋਲਾ ਰੱਖ ਦਿਆਂਗੇ ਤੇ ਗੋਲਾ ਰੱਖ ਦਿਆਂਗੇ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਮੋਦੀ ਤੈਨੂੰ ਫੇਮ। ਮਾਤਾ ਕਿਸ਼ਨ ਕੌਰ ਦਾ ਜਨਮ 1856 ਈਸਵੀ ਸੂਬਾ ਸਿੰਘ ਮਾਤਾ ਸ਼ੋਭਾ ਰਾਣੀ ਦੀ ਕੁੱਖੋਂ ਪਿੰਡ ਲੋਹਗੜ੍ਹ ਲੁਧਿਆਣਾ 'ਚ ਹੋਇਆ ਸੀ। ਜਦੋਂ ਇਹ 19 ਕੁ ਵਰ੍ਹਿਆਂ ਦੇ ਹੋਏ ਤਾਂ ਇਹਨਾਂ ਦਾ ਵਿਆਹ 1875 ਦੇ ਲਗਭਗ ਹਰਨਾਮ ਸਿੰਘ ਕੌਂਕੇ ਕਲਾਂ ਨਾਲ ਹੋ ਗਿਆ। ਵਿਆਹ ਤੋਂ ਬਾਅਦ ਹਰਨਾਮ ਸਿੰਘ ਤੇ ਧੰਨਾ ਸਿੰਘ ਇਹ ਦੋਨੇ ਭਰਾ ਫੌਜ 'ਚ ਭਰਤੀ ਹੋ ਗਏ ਤੇ ਫੌਜ 'ਚ ਚਲੇ ਗਏ। ਇਹ ਜਦੋਂ ਫੌਜ 'ਚ ਗਏ ਤਾਂ ਇਹਨਾਂ ਦਾ ਇੱਕ ਹੋਰ ਭਰਾ ਸੀ ਬੁੱਧੂ ਰਾਮ, ਕਿਉਂਕਿ ਉਦੋਂ ਆਮ ਰਿਵਾਜ ਸੀ ਵੀ ਹਿੰਦੂ ਪਰਿਵਾਰਾਂ ਦੇ ਵਿੱਚੋਂ ਹੀ ਸਿੰਘ ਸਾਜਦੇ ਸੀ। ਇਹ ਵੀ ਤਿੰਨੇ ਭਰਾ ਸਾਨੂੰ ਉਸ ਵਿਰਾਸਤ ਦੀ ਸਮਝ ਪਾਉਂਦੇ ਆ ਕਿ ਦੋ ਭਰਾ ਇਹਨਾਂ 'ਚੋਂ ਸਿੰਘ ਸੱਜ ਗਏ, ਪਰ ਇੱਕ ਭਰਾ ਜਿਹੜਾ ਬੁੱਧੂ ਰਾਮ ਸੀ ਉਹ ਹਿੰਦੂ ਹੀ ਰਿਹਾ। ਉਹਦਾ ਆਮ ਕਰਕੇ ਇਹਨਾਂ ਦੇ ਫੌਜ 'ਚ ਜਾਣ ਤੋਂ ਬਾਅਦ ਮਾਤਾ ਦੇ ਨਾਲ ਲਗਾਤਾਰ ਵਿਰੋਧ ਬਣਿਆ ਰਹਿੰਦਾ, ਕਿਉਂਕਿ ਮਾਤਾ ਕਿਸ਼ਨ ਕੌਰ ਆਪਣੀ ਖੇਤੀਬਾੜੀ ਦਾ ਕੰਮ ਵੀ ਇੱਥੇ ਸੰਭਾਲਦੇ ਸੀ, ਹੋਰ ਕੰਮ ਵੀ ਸੰਭਾਲਦੇ ਸੀ। ਉਹਨਾਂ ਦੀ ਡਿਊਟੀ ਮਰਦਾਂ ਵਾਲੀ ਵੀ ਸੀ ਤੇ ਔਰਤਾਂ ਵਾਲੀ ਵੀ ਸੀ। ਪਰ ਬੁੱਧੂ ਰਾਮ ਦੇ ਦਿਲ 'ਚ ਇੱਕ ਕਿਸਮ ਦਾ ਇਸ ਤਰ੍ਹਾਂ ਸੀ ਵੀ ਇਹ ਕਿਸੇ ਤਰ੍ਹਾਂ ਦਾ ਹਿੱਸਾ ਨਾ ਮੰਗੇ, ਜ਼ਮੀਨ 'ਤੇ ਮੇਰਾ ਕਬਜ਼ਾ ਬਣਿਆ ਰਹੇ। ਉਹਨੇ ਇਸ ਨੀਤੀ ਨਾਲ ਖੂਹ 'ਤੇ ਕਬਜ਼ਾ ਕਰ ਲਿਆ, ਜਿਹੜਾ ਖੂਹ ਇਹਨਾਂ ਦੇ ਖੇਤ 'ਚ ਲੱਗਾ ਹੋਇਆ ਸੀ। ਅਤੇ ਜਿਹੜਾ ਮਾਤਾ ਨੇ ਫਸਲਾਂ ਨੂੰ ਪਾਣੀ ਲਾਉਣ ਵਾਸਤੇ ਉੱਥੇ ਕਾਮਾ ਭੇਜਿਆ, ਉਸ ਕਾਮੇ ਨੂੰ ਇਹ ਕਹਿ ਕੇ ਮੋੜ ਦਿੱਤਾ ਕਿ ਉਹਨੂੰ ਕਹਿ ਆਪਦੀ ਮਾਲਕਣ ਨੂੰ, ਜੇਕਰ ਉਹਦੇ 'ਚ ਹਿੰਮਤ ਹੈ ਤਾਂ ਆਪ ਦਾ ਖੂਹ ਵੱਖਰਾ ਲਗਾ ਲਵੇ, ਮੈਂ ਇਸ ਖੂਹ ਤੋਂ ਪਾਣੀ ਨਹੀਂ ਲਾਉਣ ਦੇਣਾ। ਫਿਰ ਇਸ ਮਾਤਾ ਦਾ ਅੰਦਰਲਾ ਜਿਹੜਾ ਉਹ ਜੋਸ਼ ਸੀ, ਜਿਹੜੀ ਉਹ ਅੰਦਰੇ ਦੇ ਇੱਕ ਕਿਸਮ ਦੀ ਤਾਂਘ ਸੀ, ਇੱਕ ਲੜਨ ਦੀ ਰੁਚੀ ਸੀ, ਉਹ ਉੱਠੀ। ਮਾਤਾ ਨੇ ਡਾਂਗ ਚੁੱਕੀ, ਖੂਹ 'ਤੇ ਚਲੀ ਗਈ। ਖੂਹ 'ਤੇ ਜਾ ਕੇ ਉਹਨੂੰ ਜਦੋਂ ਪੁੱਛਿਆ ਕਿ ਇਹ ਤੇਰਾ ਇਕੱਲੇ ਦਾ ਖੂਹ ਨਹੀਂ ਹੈ, ਤੇਰੇ ਭਰਾਵਾਂ ਦਾ ਵੀ ਨਾਲ ਆ, ਤੂੰ ਛੱਡਣਾ ਕਿ ਮੈਂ ਤੇਰੇ ਕੋਲੋਂ ਛਡਾਵਾਂ। ਜਦੋਂ ਇੰਨੀ ਗੱਲ ਆਖੀ, ਮਾਤਾ ਨੇ ਡਾਂਗ ਉਗਰੀ ਅਤੇ ਉਹ ਬੁੱਧੂ ਰਾਮ ਪਾਣੀ ਪਾਣੀ ਹੋ ਗਿਆ। ਉਸ ਤੋਂ ਬਾਅਦ ਉਹ ਖੂਹ ਛੱਡ ਕੇ ਉੱਥੋਂ ਭਗੌੜਾ ਹੋ ਗਿਆ ਅਤੇ ਉਸ ਜਿਹੜਾ ਮਤਲਬ ਉਹਦਾ ਨਾਲ ਰਲਿਆ ਹੋਇਆ ਬੰਦਾ ਸੀ, ਸੀਰੀ ਸੀ, ਉਹਨੂੰ ਫਿਰ ਮਾਤਾ ਨੇ ਉਹ ਖੂਹ ਜੜਾਇਆ। ਇਸ ਤਰ੍ਹਾਂ ਮਾਤਾ ਨੇ ਪਹਿਲੀ ਲੜਾਈ ਤਾਂ ਆਪਦੇ ਘਰ ਤੋਂ ਹੀ ਸ਼ੁਰੂ ਕੀਤੀ, ਜਿਹੜੀ ਉਹਨੇ ਜਿੱਤੀ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਮੋਦੀ ਤੈਨੂੰ ਬਹਿਮ ਹੈ ਸਾਡਾ ਏਕਾ ਕਾਇਮ ਹੈ, ਮੋਦੀ ਤੈਨੂੰ ਬਹਿਮ ਹੈ ਸਾਡਾ ਏਕਾ ਕਾਇਮ ਹੈ, ਮੋਦੀ ਤੈਨੂੰ ਬਹਿਮ ਹੈ ਸਾਡਾ ਏਕਾ ਕਾਇਮ ਹੈ। ਕਾਲੇ ਕਾਨੂੰਨ ਰੱਦ ਕਰੋ ਰੱਦ ਕਰੋ ਰੱਦ ਕਰੋ, ਕਾਲੇ ਕਾਨੂੰਨ ਰੱਦ ਕਰੋ ਰੱਦ ਕਰੋ ਰੱਦ ਕਰੋ, ਕਾਲੇ ਕਾਨੂੰਨ ਰੱਦ ਕਰੋ ਰੱਦ ਕਰੋ ਰੱਦ ਕਰੋ। ਕਿਸਾਨ ਮਜ਼ਦੂਰ ਏਕਤਾ
ਕੀ ਹੋ ਗਿਆ ਟਰੈਕਟਰ ਦੀ ਚੇਨ ਲਾਤੀ ਤੁਸੀਂ ਉੱਨੀ ਸੌ ਦੋ ਤੋਂ ਲੈ ਕੇ 1920 ਤੱਕ ਮਾਤਾ ਨੇ 1903 'ਚ ਹਜੂਰ ਸਾਹਿਬ ਜਾ ਕੇ ਅੰਮ੍ਰਿਤ ਛਕ ਲਿਆ। ਅੰਮ੍ਰਿਤ ਛਕ ਕੇ, ਕਿਉਂਕਿ ਉਹ ਦੋਵੇਂ ਭਰਾ ਵੀ ਅੰਮ੍ਰਿਤਧਾਰੀ ਸੀ, ਇਹਨੇ ਅੰਮ੍ਰਿਤ ਛਕ ਕੇ ਬਹੁਤ ਵੱਡੀ ਪੱਧਰ 'ਤੇ ਸਿੰਘਾਂ ਵਾਲਾ ਬਾਣਾ ਪਹਿਨਾ ਲਿਆ, ਪਗੜੀ ਧਾਰੀ ਹੋ ਗਈ, ਨਾਲ ਹੀ ਨਿਹੰਗ ਸਿੰਘਾਂ ਵਾਲਾ ਬਾਣਾ ਪਹਿਨ ਲਿਆ। ਅਤੇ ਉੱਥੋਂ ਫਿਰ ਇਸ ਨੇ ਸਿੱਖ ਧਰਮ ਦੀ ਸਿੱਖਿਆ ਗ੍ਰਹਿਣ ਕਰਕੇ ਕੀ ਕੁਛ ਹੋਇਆ, ਕਿਵੇਂ ਹੋਇਆ, ਪੜ੍ਹਿਆ, ਕਿਉਂਕਿ ਪੜ੍ਹਾਈ 5 ਤੱਕ ਇਹਨੇ ਗੁਰਦੁਆਰੇ 'ਚੋਂ ਕੀਤੀ ਸੀ। ਉਹ ਪੰਜਾਬੀ ਪੜ੍ਹਨਾ ਲਿਖਣਾ ਜਾਣਦੀ ਸੀ। ਉੱਥੋਂ ਫਿਰ ਇਸ ਨੇ ਸਾਰੀਆਂ ਉਹ ਸਿੱਖ ਧਰਮ ਦੀਆਂ ਪੁਰਾਣੀਆਂ ਕੀਤੀਆਂ ਹੋਈਆਂ ਕੁਰਬਾਨੀਆਂ, ਇਹਦਾ ਵਿਰਸਾ ਪੜ੍ਹਿਆ, ਗੁਰੂਆਂ ਬਾਰੇ ਅਤੇ ਹੋਰ ਸਾਰਾ ਕੁਝ ਪੜ੍ਹ ਕੇ ਇਹਨੇ ਫਿਰ ਉਹਦੇ ਤੋਂ ਬਹੁਤ ਪ੍ਰਭਾਵਿਤ ਹੋਈ ਅਤੇ 1903 'ਚ ਅੰਮ੍ਰਿਤ ਛਕਣ ਤੋਂ ਬਾਅਦ 1920 ਤੱਕ, ਕਿਉਂਕਿ ਉਦੋਂ ਅੰਗਰੇਜ਼ਾਂ ਦੇ ਵਿਰੋਧ 'ਚ ਲੜਾਈ ਚੱਲ ਰਹੀ ਸੀ, ਬੜੀ ਸਰਗਰਮ ਲੜਾਈ ਸੀ, ਆਜ਼ਾਦ ਕਰਾਉਣ ਦੀ ਵੀ ਲੜਾਈ ਵਿੱਚੇ ਸੀ, ਜਿਸ ਤਰ੍ਹਾਂ ਗੁਰਦੁਆਰਿਆਂ 'ਤੇ ਕਬਜ਼ਾ ਹੋਇਆ ਸੀ ਉਹਦੀ ਲੜਾਈ ਵੀ ਵਿੱਚੇ ਚੱਲ ਰਹੀ ਸੀ। ਉਹ ਸਾਰੀ ਲੜਾਈ ਨੂੰ ਕਿਸ ਤਰ੍ਹਾਂ ਲੜਿਆ ਜਾਵੇ, ਕਿਵੇਂ ਜੱਥੇ ਤਿਆਰ ਕੀਤੇ ਜਾਣ, ਇਸ ਤੋਂ ਪ੍ਰਭਾਵਿਤ ਹੋ ਕੇ ਮਾਤਾ ਨੇ 1903 ਤੋਂ ਲੈ ਕੇ 20 ਤੱਕ ਇੱਕ ਆਪਣਾ ਜੱਥਾ ਤਿਆਰ ਕਰ ਲਿਆ, ਜਿਹੜਾ ਹਰ ਵੇਲੇ ਕਿਸੇ ਵੀ ਕੰਮ ਵਾਸਤੇ ਤਿਆਰ ਰਹਿੰਦਾ ਸੀ। ਸੰਗਤ ਨੇ 6ਵੇਂ ਗੁਰੂ ਦੇ ਸਥਾਨ ਗੁਰੂਸਰ ਕੌਂਕੇ ਦੀ ਸੇਵਾ ਮਾਤਾ ਦੀ ਲਗਾਤੀ, ਕਿਉਂਕਿ ਇੱਥੇ 6ਵੇਂ ਗੁਰੂ ਦਾ ਸਥਾਨ ਆ ਕੌਂਕੇ ਕਲਾਂ ਕੋਲੇ, ਇਤਿਹਾਸਕ ਸਥਾਨ, ਜਿਹੜੇ ਸਥਾਨ 'ਤੇ ਉਦੋਂ ਇਹੋ ਜਿਹੀਆਂ ਲੜਾਈਆਂ ਲੜਨ ਦਾ ਕੇਂਦਰ ਸੀ ਇਹ ਸਥਾਨ। ਅਤੇ ਉੱਥੋਂ ਫਿਰ ਮਾਤਾ ਨੂੰ ਹੋਰ ਲਾਗ ਲੱਗੀ ਅਤੇ ਆਪਦੇ ਜੱਥੇ ਨੂੰ ਇਹ ਟ੍ਰੇਨਿੰਗ ਵੀ ਦਿੰਦੀ ਰਹੀ ਅਤੇ ਆਪਦੇ ਜੱਥੇ ਦਾ ਵਿਸਥਾਰ ਕਰਦੀ ਰਹੀ। ਅਕਾਲੀ ਲਹਿਰ 'ਚ ਕੁੱਦਣਾ, ਸੰਤ ਲਖਬੀਰ ਸਿੰਘ ਦੀ ਇੱਕ ਲਹਿਰ ਚੱਲਦੀ ਸੀ ਉਦੋਂ, ਜਿਹੜੀ ਜਾਤ ਪਾਤ ਤੋੜ ਸੰਸਥਾ ਦੇ ਨਾਂ ਨਾਲ ਮਸ਼ਹੂਰ ਹੋਈ ਸੀ। ਮਾਤਾ ਉਸ ਲਹਿਰ ਤੋਂ ਪ੍ਰਭਾਵਿਤ ਹੋ ਕੇ ਉਸ ਲਹਿਰ 'ਚ ਵੀ ਇਸ ਨੇ ਬਹੁਤ ਵੱਡਾ ਯੋਗਦਾਨ ਪਾਇਆ। ਲੰਮਾ ਸਮਾਂ ਉਹਦੇ ਨਾਲ ਲੜਦੀ ਰਹੀ, ਜਾਤ ਪਾਤ ਦੇ ਖਿਲਾਫ, ਊਚ ਨੀਚ ਦੇ ਖਿਲਾਫ, ਹੋਰ ਸਾਰੇ ਕਾਸੇ ਦੇ ਖਿਲਾਫ ਵੀ ਮਾਤਾ ਨੇ, ਕਿਉਂਕਿ ਇਹ ਗੁਰੂ ਦਾ ਬਾਣਾ ਪਾ ਲਿਆ ਸੀ। ਉਸ ਤਰ੍ਹਾਂ ਸੰਗਤ ਅਤੇ ਪੰਗਤ ਦੀ ਧਾਰਨੀ ਹੋ ਗਈ ਸੀ। ਉਹੀ ਅਸੂਲ ਸੰਤ ਲਖਵੀਰ ਸਿੰਘ ਸੀ ਇੱਥੇ, ਉਹਨਾਂ ਦੇ ਸੀ। ਉਹਨਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨਾਲ ਵੀ ਮਾਤਾ ਨੇ ਬਹੁਤ ਵੱਡਾ ਯੋਗਦਾਨ ਪਾਇਆ। 14 ਅਕਤੂਬਰ 1920 ਨੂੰ ਜਦੋਂ ਖਾਲਸਿਆਂ ਨੇ ਅੰਮ੍ਰਿਤਸਰ ਪੁੱਜ ਕੇ ਦਰਬਾਰ ਸਾਹਿਬ ਦਾ ਕਬਜ਼ਾ ਲਿਆ ਤਾਂ ਮਾਤਾ ਅਤੇ ਖਜਾਨ ਸਿੰਘ, ਜਿਹੜਾ ਇਹਨੇ ਗੋਦ ਲਿਆ ਪੁੱਤਰ ਸੀ, ਇਹਦੇ ਆਪਦੇ ਪੁੱਤਰ 2 ਪਹਿਲਾਂ ਮਰ ਗਏ ਸੀ, ਮਗਰੋਂ ਇਹਨੇ ਆਪਦੇ ਹੀ ਮਤਲਬ ਭਰਾ ਦਾ ਇੱਕ ਪੁੱਤਰ ਖਜਾਨ ਸਿੰਘ, ਉਹਨੂੰ ਗੋਦ ਲੈ ਲਿਆ ਸੀ। ਉਹਦੇ ਨਾਲ ਗੁਰਦੁਆਰੇ ਨੂੰ ਆਜ਼ਾਦ ਕਰਾਉਣ ਵਾਸਤੇ ਮਾਤਾ ਅਤੇ ਖਜਾਨ ਸਿੰਘ ਦੋਵੇਂ ਪਹਿਲੇ ਜੱਥੇ 'ਚ ਸ਼ਾਮਲ ਹੋਏ ਅਤੇ ਇਸ ਮਾਤਾ ਨੂੰ ਇਹ ਖਿਤਾਬ ਵੀ ਮਿਲਿਆ ਕਿ ਪਹਿਲੀ ਮਹਿਲਾ ਬਣੀ ਆ ਉਸ ਜੱਥੇ 'ਚ ਸ਼ਾਮਲ ਹੋਣ ਵਾਲੀ। ਕੌਂਕੇ ਕਲਾਂ ਨੂੰ ਇਹ ਮਾਣ ਜਾਂਦਾ ਕਿ ਇੱਥੋਂ ਦੀ ਉਸ ਔਰਤ ਨੇ ਪਹਿਲੀ ਮਹਿਲਾ ਹੋਣ ਦਾ ਮਾਣ ਹਾਸਲ ਕੀਤਾ। ਗੁਰੂ ਕੇ ਬਾਗ ਜ਼ਖਮੀਆਂ ਦੀ ਸੇਵਾ ਅਤੇ ਬੀਟੀ ਦੇ ਥੱਪੜ ਮਾਰਨਾ, ਇਹ ਇੱਕ ਘਟਨਾ ਵਾਪਰੀ ਸੀ। ਜਦੋਂ ਗੁਰੂ ਕੇ ਬਾਗ ਦਾ ਮੋਰਚਾ ਲੱਗਾ ਤਾਂ ਉਸ ਮੋਰਚੇ 'ਚ ਬਹੁਤ ਵੱਡੀ ਪੱਧਰ 'ਤੇ ਕੁੱਟਮਾਰ, ਲਾਠੀਚਾਰਜ ਹੋਇਆ ਅਤੇ ਉੱਥੇ ਬਹੁਤ ਵੱਡੀ ਪੱਧਰ 'ਤੇ ਸਾਡੇ ਸਿੰਘ ਸੀ ਜਿਹੜੇ ਉਹ ਜ਼ਖਮੀ ਹੋਏ। ਜਦੋਂ ਜ਼ਖਮੀ ਹੋਏ, ਕਿਉਂਕਿ ਉਹਨਾਂ ਨੇ ਇੱਕ ਕਸਮ ਖਾਧੀ ਹੋਈ ਸੀ
ਕਿ ਅੰਗਰੇਜ਼ਾਂ ਦੇ ਮੂਹਰੇ ਕਿਸੇ ਨੇ ਹੱਥ ਨਹੀਂ ਚੁੱਕਣਾ, ਭਾਵੇਂ ਉਹ ਤਲਵਾਰਧਾਰੀ ਸੀ, ਸ਼ਸਤਰਧਾਰੀ ਸੀ, ਪਰ ਕਿਸੇ ਵੀ ਅੰਗਰੇਜ਼ ਦੇ ਮੂਹਰੇ, ਜਿਵੇਂ ਆਪਾਂ ਦਿੱਲੀ ਵਾਲਾ ਮੋਰਚਾ ਹੁਣ ਜਿੱਤਿਆ ਸ਼ਾਂਤਮਈ ਰਹਿ ਕੇ, ਇਹ ਸਾਡੇ ਪੁਰਖਿਆਂ ਦੀ ਧਾਰਨਾ ਰਹੀ ਹੈ ਪਹਿਲਾਂ ਤੋਂ ਵੀ ਸ਼ਾਂਤਮਈ ਸੰਘਰਸ਼ ਜੇਕਰ ਜਿੱਤਿਆ ਜਾ ਸਕਦਾ ਤਾਂ ਪਹਿਲਾਂ ਸ਼ਾਂਤਮਈ ਸੰਘਰਸ਼ ਹੀ ਲੜਿਆ ਜਾਵੇ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਕਿਹਾ, ਚੂੰ ਕਾਰਜ ਹਮਾ ਹੀਲ ਤੇ ਦਰ ਗੁਜਸ਼ਟ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਮਤਲਬ ਜਿਹੜੀ ਸ਼ਮਸ਼ੀਰ ਹੈ ਇਹ ਸਾਰੇ ਹੀਲੇ ਹਾਰ ਜਾਣ ਤੋਂ ਬਾਅਦ ਚੁੱਕਣੀ ਬਣਦੀ ਹੈ। ਸੋ ਸਾਰੇ ਹੀਲੇ ਹਾਰਨ ਤੋਂ ਬਾਅਦ ਹੀ ਸਾਡਾ ਜਿਹੜਾ ਸਿੱਖ ਸਮਾਜ ਹੈ ਇਹ ਇਸ ਆਪਦਾ ਜਿਹੜਾ ਲਾਸਟ ਹਥਿਆਰ ਹੈ ਇਹਨੂੰ ਵਰਤਦਾ, ਕਿਉਂਕਿ ਸਿੱਖਿਆ ਗੁਰੂਆਂ ਵੱਲੋਂ ਇਹੋ ਜਿਹੀ ਮਿਲੀ ਹੋਈ ਹੈ। ਉੱਥੇ ਬੀਟੀ ਵੱਲੋਂ ਮਾਤਾ ਨੂੰ ਇੱਕ ਮਿਹਣਾ ਮਾਰਿਆ ਗਿਆ ਕਿ ਵੇਖ ਅਸੀਂ ਡਾਂਗਾ ਮਾਰਦੇ ਹਾਂ ਅਤੇ ਕਿਵੇਂ ਗਿੜਗਿੜਾਉਂਦੇ ਆ ਅਤੇ ਹੱਥ ਜੋੜਦੇ ਆ। ਮਾਤਾ ਦੇ ਅੰਦਰ ਨੇ ਵਾਲਾ ਖਾਧਾ, ਜਿਵੇਂ ਖੂਹ ਦਾ ਕਬਜ਼ਾ ਲਿਆ ਸੀ, ਜਿਵੇਂ ਉਹਦੇ 'ਤੇ ਡਾਂਗ ਵਰਾਈ ਸੀ, ਉਸੇ ਤਰ੍ਹਾਂ ਮਾਤਾ ਨੇ ਬੀਟੀ ਦੇ ਵੀ ਥੱਪੜ ਜੜ ਦਿੱਤਾ। ਇਹ ਮਾਤਾ ਜੀ ਇਸ ਗੱਲੋਂ ਮਾਤਾ ਸਾਡੀ ਸੀ ਜਿਹੜੀ ਉਹ ਚੱਲ ਨਾ ਸਕੀ, ਕਿ ਉਹ ਆਂਦੀ ਜੇ ਸਹੁੰ ਖਾਧੀ ਆ ਮੇਰੇ ਵੀਰਾਂ ਨੇ ਸ਼ਾਂਤਮਈ ਰਹਿਣ ਦੀ, ਮੈਂ ਉਹ ਸਹੁੰ ਨਹੀਂ ਖਾਧੀ, ਮੈਂ ਉਹ ਸਹੁੰ ਤੋੜਦੀ ਹਾਂ, ਅਤੇ ਇਹਨੇ ਉਸ ਬੀਟੀ ਦੇ ਥੱਪੜ ਜੜ ਦਿੱਤਾ। ਤੇਰੇ ਫੋੜੀ ਨਹੀਂ ਚਲੇਗੀ, ਇਹ ਸਰਕਾਰਾਂ ਕਰਦੀਆਂ ਕੀ, ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਇਹ ਸਰਕਾਰਾਂ ਕਰਦੀਆਂ ਕੀ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ, 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 ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ, ਮੋਦੀ ਸਰਕਾਰ ਪਹਿਲਾ ਜੱਥਾ ਜਿਹੜਾ ਗੰਗਸਰ ਜਦੋਂ ਉੱਥੇ ਅਖੰਡ ਪਾਠ ਦਾ ਖੰਡਨ ਹੋਇਆ, ਮਤਲਬ ਉੱਥੇ ਅਖੰਡ ਪਾਠ ਦੀ ਬੇਹੁਰਮਤੀ ਬੇਅਦਬੀ ਕੀਤੀ ਗਈ ਹੈ, ਉਦੋਂ ਜੈਤੋ ਦਾ ਗੰਗਸਰ ਜੈਤੋ ਦੇ ਮੋਰਚੇ 'ਚ ਪਹਿਲਾ ਜੱਥਾ ਜਿਹੜਾ ਗਿਆ 9 ਫਰਵਰੀ 1924 ਨੂੰ, ਉਹਦੇ 'ਚ ਵੀ ਮਾਤਾ ਨੇ ਸ਼ਮੂਲੀਅਤ ਕੀਤੀ। ਸਭ ਤੋਂ ਪਹਿਲੇ ਜੱਥੇ 'ਚ ਮਾਤਾ ਦੀ ਸ਼ਮੂਲੀਅਤ ਸੀ। ਇਸ ਮੋਰਚੇ 'ਚ ਜਦੋਂ ਮਾਤਾ ਪਹੁੰਚੀ ਤਾਂ ਕਿਉਂਕਿ ਔਰਤ ਸੀ, ਔਰਤਾਂ ਨੂੰ ਥੋੜ੍ਹਾ ਇਹਨੂੰ ਜਾਣਕਾਰ ਵੀ ਸੀ, ਸਮਝਦਾਰ ਵੀ ਸੀ। ਇਹਦੀ ਡਿਊਟੀ ਉਸ ਮੋਰਚੇ ਦੇ ਸਿੰਘਾਂ ਨੇ ਜਾਸੂਸੀ ਕਰਨ ਦੀ ਲਾਈ ਵੀ ਨਾਭਾ ਪੁਲਿਸ ਦੀ ਜਾਸੂਸੀ ਕੀਤੀ ਜਾਵੇ, ਉਹ ਕਿਵੇਂ ਕਿਹੋ ਜਿਹੀਆਂ ਕਾਰਵਾਈਆਂ ਕਰਦੀ ਹੈ ਅਤੇ ਕੀ ਕਾਰਵਾਈਆਂ ਕਰਕੇ ਸਾਡੇ ਇਸ ਸੰਘਰਸ਼ ਨੂੰ ਫੇਲ ਕਰਨਾ ਚਾਹੁੰਦੀ ਹੈ। ਮਾਤਾ ਫਿਰ ਮੈਦਾਨ 'ਚ ਆਈ। ਮਾਤਾ ਨੇ ਇੱਕ ਜੈਨ ਸਾਧਵੀ ਦਾ ਰੂਪ ਧਾਰਿਆ। ਅਸੀਂ ਵੇਖਿਆ ਜਿਹੜੇ ਪੱਟੀ ਮੂੰਹ 'ਤੇ ਬੰਨ੍ਹ ਕੇ ਜੈਨ ਚੱਲਦੇ ਆ, ਉਸ ਸਾਧਵੀ ਦਾ ਰੂਪ ਧਾਰਨ ਕਰਕੇ ਬਾਣਾ ਇਹਨੇ ਲਾਤਾ। ਸਾਧਵੀ ਦਾ ਰੂਪ ਧਾਰਨ ਕਰਕੇ ਨਾਭਾ ਦੀ ਪੁਲਿਸ ਦਾ ਸਾਰਾ ਭੇਤ ਇਹ ਲੈਣ ਲੱਗ ਗਈ। ਭੇਤ ਲੈਂਦੀ ਰਹੀ ਅਤੇ ਭੇਤ ਖਾਲਸਿਆਂ ਤੱਕ ਪਹੁੰਚਾਉਂਦੀ ਰਹੀ। ਆਖਿਰ ਅੰਗਰੇਜ਼ਾਂ ਨੂੰ ਇਸ ਗੱਲ ਦਾ ਸ਼ੰਕਾ ਹੋਇਆ ਕਿ ਸਾਡੀਆਂ ਸਾਰੀਆਂ ਗੱਲਾਂ ਜਿਹੜੀਆਂ ਉਹ ਬਾਹਰ ਜਾ ਰਹੀਆਂ। ਫਿਰ ਜਦੋਂ ਮਾਤਾ 'ਤੇ ਸ਼ੱਕ ਹੋਈ ਤਾਂ ਮਾਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੱਕੀ ਸੂਚਨਾ ਦੇ ਆਧਾਰ 'ਤੇ ਨਾਭੇ ਜੇਲ੍ਹ 'ਚ ਭੇਜ ਦਿੱਤਾ। ਮਾਤਾ ਨੂੰ ਦੇਸ਼ ਧਰੋਹ ਦੇ ਦੋਸ਼ 'ਚ 4 ਸਾਲ ਦੀ ਸਜ਼ਾ ਹੋਈ। ਪਰ ਅਗਸਤ 1926 ਵਿੱਚ ਗੁਰਦੁਆਰਾ ਐਕਟ ਬਣਨ ਤੋਂ ਬਾਅਦ ਸਿੱਖ ਕੈਦੀ ਛੱਡ ਤੇ 1926 'ਚ
ਸਿੱਖ ਕੈਦੀਆਂ ਨੂੰ ਛੱਡ ਦਿੱਤਾ ਸੀ ਤੇ ਮਾਤਾ ਦੀ ਜਿਹੜੀ ਰਿਹਾਈ ਸੀ ਉਹ ਇਸ ਤੋਂ 2 ਸਾਲ ਬਾਅਦ ਹੋਈ ਸੀ, ਕਿਉਂਕਿ ਉਦੋਂ ਸਮਝੌਤਾ ਹੋਇਆ ਸੀ ਕਿ ਜਿਹੜੇ ਸਜ਼ਾ ਯਾਫਤਾ ਕੈਦੀ ਆ ਉਹਨਾਂ ਦੀ ਰਿਹਾਈ ਸਜ਼ਾ ਪੂਰੀ ਹੋਣ 'ਤੇ ਹੋਊਗੀ, ਪਰ ਜਿਹੜਿਆਂ 'ਤੇ ਕੇਸ ਹੀ ਹਜੇ ਦਰਜ ਹੋਏ ਆ, ਕੋਈ ਸਜ਼ਾ ਉਹਨਾਂ ਨੂੰ ਨਹੀਂ ਹੋਈ ਕੋਰਟਾਂ ਵੱਲੋਂ, ਉਹਨਾਂ ਨੂੰ ਤੁਰੰਤ ਛੱਡਿਆ ਜਾਏਗਾ। ਜਿਵੇਂ ਆਪਣੇ ਹੁਣ ਆਪਾਂ ਦਿੱਲੀ ਮੋਰਚੇ ਵੇਲੇ ਵੀ ਇਸ ਤਰ੍ਹਾਂ ਦਾ ਸਾਰਾ ਕੁਝ ਹੁੰਦਾ ਵੇਖਿਆ। ਸੋ ਮਾਤਾ ਦੀ ਰਿਹਾਈ 1928 'ਚ ਹੋਈ। ਜਦੋਂ ਮਾਤਾ ਜੀ ਰਿਹਾ ਹੋ ਕੇ ਅੰਮ੍ਰਿਤਸਰ ਪੁੱਜੇ ਤਾਂ ਸਰੋਪਾ ਦੇ ਕੇ ਇਹਨਾਂ ਦਾ ਸਨਮਾਨ ਕੀਤਾ ਗਿਆ, ਕਿਉਂਕਿ ਬਹੁਤ ਵੱਡੀ ਕੁਰਬਾਨੀ ਇਸ ਮਾਤਾ ਨੇ ਕੀਤੀ ਸੀ। ਹਰ ਪਹਿਲੂ ਤੋਂ ਅੱਗੇ ਰਹੀ, ਲੜਦੀ ਰਹੀ, ਜੱਥੇ ਲੈ ਕੇ ਜਾਂਦੀ ਰਹੀ ਅਤੇ ਇਹਨੂੰ ਨਾਲ ਹੀ ਮਾਤਾ ਦੀ ਪਦਵੀ ਦਿੱਤੀ। ਮਾਤਾ ਦੀ ਪਦਵੀ ਇਹਨੂੰ ਅੰਮ੍ਰਿਤਸਰ ਤੋਂ ਸਾਡੇ ਉਸ ਮਹਾਨ ਸਥਾਨ ਤੋਂ ਮਿਲੀ ਸੀ, ਜਿਹੜਾ ਸਥਾਨ ਇਸ ਸਾਰੇ ਕਾਸੇ ਦੀ ਅਗਵਾਈ ਕਰਦਾ ਸੀ। ਅਤੇ 15 ਰੁਪਈਏ ਮਹੀਨੇ ਦੀ ਮਾਤਾ ਦੀ ਪੈਨਸ਼ਨ ਵੀ ਲਗਾਈ ਗਈ। ਉਦੋਂ ਦੇ 15 ਰੁਪਈਏ ਬਹੁਤ ਵੱਡੀ ਪੈਨਸ਼ਨ, ਇੱਕ ਕਿਸਮ ਦੀ ਮਤਲਬ ਹੈ ਜਿਹਦੇ ਨਾਲ ਗੁਜ਼ਾਰਾ ਹੋ ਸਕਦਾ ਸੀ, ਉਹ ਪੈਨਸ਼ਨ ਸੀ। ਅਨੇਕਾਂ ਸਨਮਾਨਾਂ ਦੇ ਨਾਲ ਨਾਲ ਮਾਤਾ ਨਾਲ ਸੰਬੰਧਿਤ ਕਵਿਤਾ, ਬਹੁਤ ਸਾਰੇ ਸਨਮਾਨ ਹੋਏ ਫਿਰ ਇਹਦੇ ਮਾਤਾ ਦੇ। ਜਗਰਾਓਂ ਵੀ, ਕੌਂਕੇ ਕਲਾਂ ਦੀ ਸੰਗਤ ਨੇ ਵੀ ਬਹੁਤ ਵੱਡੇ ਸਨਮਾਨ ਕੀਤੇ। ਹੋਰ ਜਿੱਥੇ ਵੀ ਕੋਈ ਸਭਾ ਜੁੜਦੀ, ਜਿੱਥੇ ਵੀ ਕੋਈ ਖਾਲਸਾ ਪੰਥ ਦਾ ਇਕੱਠ ਹੁੰਦਾ, ਮਾਤਾ ਨੂੰ ਉੱਥੇ ਬੁਲਾਇਆ ਜਾਂਦਾ ਅਤੇ ਇਹਦਾ ਸਨਮਾਨ ਕੀਤਾ ਜਾਂਦਾ। ਅਤੇ ਨਾਲ ਹੀ ਉੱਥੇ ਇੱਕ ਕਵਿਤਾ ਗੂੰਜਦੀ ਸੀ, ਮਾਈਆਂ ਜੱਗ ਦੇ ਵਿੱਚ ਅਨੇਕ ਭਾਵੇਂ, ਐ ਪਰ ਤੁਧ ਦੇ ਨਹੀਂ ਕੋਈ ਤੁੱਲ ਮਾਈ, ਡਾਂਗਾਂ ਪੈਂਦੀਆਂ ਵਰਦੀਆਂ ਗੋਲੀਆਂ ਤੋਂ, ਗਈ ਗੰਗਸਰ ਦੁੱਖੜੇ ਭੁੱਲ ਮਾਈ, ਨਾਭੇ ਜੇਲ੍ਹ ਅੰਦਰ ਜਿੱਥੇ ਦਿਨੇ ਰਾਤੀ, ਝੱਖੜ ਜ਼ੁਲਮ ਦਾ ਰਹੇ ਸੀ ਝੁੱਲ ਮਾਈ, ਘਾਲਾਂ ਘਾਲੀਆਂ ਮੁਸ਼ਕਲਾਂ ਝੱਲੀਆਂ ਨੇ, ਮਾਤਾ ਵਿਰਧ ਸਰੀਰ ਤੇ ਕੁੱਲ ਮਾਈ, ਧੰਨ ਧੰਨ ਕਹਿੰਦੇ ਮਾਈ ਬਿਸ਼ਨ ਕੌਰਾਂ, ਖੁੱਲ੍ਹਦੇ ਆਖਦਿਆਂ ਸਾਡੇ ਨੇ ਬੁੱਲ ਮਾਈ। ਦੇਸ਼ ਮਾਲਵਾ ਕੀ ਸਾਰਾ ਖਾਲਸਾ ਹੀ, ਨਹੀਂ ਸਕਦਾ ਹੈ ਕਦੇ ਵੀ ਭੁੱਲ ਮਾਈ, ਸੀ ਤਖਤ ਅਕਾਲ ਦੇ ਹੁਕਮ ਉੱਤੇ, ਚਾੜੇ ਤੁਸਾਂ ਨੇ ਹੈਨ ਜੋ ਫੁੱਲ ਮਾਈ, ਧੰਨ ਤੇਰੀ ਕੁਰਬਾਨੀ ਹੈ ਮਾਤ ਸਾਡੀ, ਇਹਦਾ ਤਾਰ ਨਹੀਂ ਸਕਿਆ ਕੋਈ ਮੁੱਲ ਮਾਈ। ਇਹ ਕਵਿਤਾ ਸਾਡੀ ਇਸ ਮਾਤਾ ਕਿਸ਼ਨ ਕੌਰ ਕੌਂਕੇ ਕਲਾਂ ਦੀ ਯਾਦ 'ਚ ਹੁਣ ਤੱਕ ਚੇਤਿਆਂ 'ਚ ਵਸਦੀ ਹੈ। ਪਰ ਪਿਛਲੇ ਸਮੇਂ 'ਚ ਇਹੋ ਜਿਹੇ ਇਤਿਹਾਸ ਨੂੰ ਸਾਡੇ ਜਿਹੜੇ ਨਵੇਂ ਸਾਥੀ ਨੌਜਵਾਨ ਯੂਥ ਹੈ ਉਹਦੇ 'ਚ ਥੋੜ੍ਹਾ ਜਿਹਾ, ਕਿਉਂਕਿ ਜ਼ਮਾਨਾ ਪੜ੍ਹਨ ਦਾ ਘਟਿਆ, ਲਾਇਬ੍ਰੇਰੀਆਂ ਦਾ ਘਟਿਆ, ਮੋਬਾਈਲ ਦਾ ਜ਼ਮਾਨਾ ਆ ਗਿਆ। ਉਸ ਜ਼ਮਾਨੇ 'ਚ ਜੇਕਰ ਇਹੋ ਜਿਹੀਆਂ ਕੋਈ ਗੱਲਾਂ ਬਾਤਾਂ ਅਸੀਂ ਉਹਨਾਂ ਨਵੇਂ ਸਾਥੀਆਂ ਤੱਕ ਪਹੁੰਚਾਉਂਦੇ, ਉਹਨਾਂ ਦੇ ਢੰਗ ਤਰੀਕੇ ਨਾਲ ਪਹੁੰਚਾਉਂਦੇ ਰਹਾਂਗੇ ਤਾਂ ਲਾਜ਼ਮੀ ਆ ਵੀ ਸਾਡੀਆਂ ਪੁਸ਼ਤਾਂ ਇਹਨੂੰ ਯਾਦ ਰੱਖਣਗੀਆਂ। ਅੱਜ ਮੈਂ ਸੁਰਜੀਤ ਦੌਧਰ ਇਹ ਹੀਲਾ ਕੀਤਾ ਕਿ ਸਾਡੇ ਉਸ ਜਿਹੜੇ ਸਾਥੀ ਮੋਬਾਈਲ ਵਰਤਦੇ ਆ ਉਹਨਾਂ ਨਾਲ ਸਾਂਝ ਪਾਈ ਜਾਵੇ ਅਤੇ ਉਹਨਾਂ ਨੂੰ ਇਸ ਅੱਜ ਦੇ 26 ਜਨਵਰੀ ਦੇ ਇਸ ਔਰਤਾਂ ਦੇ ਜਿਹੜਾ ਮੁਜ਼ਾਹਰਾ ਕਰ ਰਹੀਆਂ ਔਰਤਾਂ, ਇਹਦੇ ਦਿਖਾਉਂਦੇ ਹੋਏ ਨਾਲ ਦੀ ਨਾਲ ਮਾਤਾ ਕਿਸ਼ਨ ਕੌਰ ਦੀ ਗੱਲ ਵੀ ਕੀਤੀ ਜਾਵੇ। ਇਸ ਤੋਂ ਬਾਅਦ ਜਦੋਂ ਮਾਤਾ ਇਸ ਜੰਗ 'ਚੋਂ ਵਿਹਲੀ ਹੋਈ ਤਾਂ ਮਾਤਾ ਦੀ ਡਿਊਟੀ ਫੇਰ ਗੁਰੂਸਰ ਗੁਰਦੁਆਰਾ ਜਿਹੜਾ ਕੌਂਕੇ ਕਲਾਂ ਸਾਡਾ, ਉੱਥੇ ਫੇਰ ਲਗਾ ਦਿੱਤੀ ਗਈ। ਇਹਨੇ ਬਹੁਤ ਵੱਡੀ ਉੱਥੇ ਸੇਵਾ ਕੀਤੀ। ਫੇਰ ਮਾਤਾ ਦੇ ਇਸ ਸੇਵਾ ਨੂੰ ਦੇਖਦਿਆਂ ਉੱਥੇ ਇੱਕ ਨਿਸ਼ਾਨ ਸਾਹਿਬ ਲਗਾਇਆ ਗਿਆ, ਜਿਸ ਨਿਸ਼ਾਨ ਸਾਹਿਬ 'ਤੇ ਇਹਦੇ ਪਤੀ ਅਤੇ ਭਰਾ ਦੀ ਯਾਦ ਵਿੱਚ ਲਿਖਿਆ ਗਿਆ, ਸਰਦਾਰ ਹਰਨਾਮ ਸਿੰਘ, ਦਫੇਦਾਰ ਸਰਦਾਰ ਧੰਨਾ ਸਿੰਘ, ਪਿੰਡ ਕੌਂਕੇ ਕਲਾਂ, 24 ਮਾਘ ਸੰਮਤ 1996 ਮੁਤਾਬਕ ਜਨਵਰੀ 1939, ਕਿਸ਼ਨ ਕੌਰ। ਇਹ ਯਾਦ ਸਾਡੀ ਉੱਥੇ ਮੈਨੂੰ, ਕਿਉਂਕਿ ਮੈਂ ਉੱਥੇ ਦੇਖਿਆ ਨਹੀਂ ਗਾ, ਸ਼ਾਇਦ ਕੌਂਕਿਆਂ ਦੇ ਸਾਥੀਆਂ ਨੇ ਦੇਖਿਆ ਹੋਵੇ, ਪਰ ਕਾਰ ਸੇਵਾ ਵਾਲੇ ਸਾਥੀ ਉੱਥੇ ਆਏ ਵੇ ਆ। ਹੋ ਸਕਦਾ ਕਾਰ ਸੇਵਾ ਦੀ ਭੇਂਟ ਕਿਤੇ ਜਿਹੜਾ ਸਾਡਾ ਯਾਦ ਸੀ ਇਹ ਚੜ੍ਹ ਨਾ ਗਈ ਹੋਵੇ, ਮੈਂ ਇਹਦੇ ਬਾਰੇ ਪੱਕਾ ਨਹੀਂ ਕਹਿ ਸਕਦਾ। ਕੌਂਕੇ ਕਲਾਂ ਦੀ ਸਾਥੀਆਂ ਦੀ ਡਿਊਟੀ ਬਣਦੀ ਹੈ ਵੀ ਜੇਕਰ ਇਹ ਯਾਦ ਉੱਥੇ ਮਾਤਾ ਦੀ ਹੈ ਤਾਂ ਉਹਨੂੰ ਸੰਭਾਲਿਆ ਜਾਵੇ ਅਤੇ ਇਸ ਕਾਰ ਸੇਵਾ ਦੀਆਂ ਧਾੜਾਂ ਕੋਲੋਂ ਉਸ ਮਾਤਾ ਦੀ ਇਸ ਯਾਦ ਨੂੰ ਬਚਾਇਆ ਜਾਵੇ
ਕਿਉਂਕਿ ਇਹਨਾਂ ਨੇ ਨਾ ਤਾਂ ਉਹ ਜਿਹੜੀ ਬੱਚਿਆਂ ਨੂੰ ਜਿਹੜੀਆਂ ਕੰਧਾਂ 'ਚ ਉਸਾਰਿਆ ਗਿਆ ਸੀ ਉਹ ਕੰਧਾਂ ਛੱਡੀਆਂ, ਤੇ ਨਾ ਹੀ ਇਹਨਾਂ ਨੇ ਸਾਡੀਆਂ ਉਹ ਪੁਰਾਣੀਆਂ ਯਾਦਾਂ ਛੱਡੀਆਂ। ਇਹਨਾਂ ਨੂੰ ਮਤਲਬ ਸਿਰਫ ਕਾਰ ਸੇਵਾ ਦੇ ਨਾਂ 'ਤੇ ਪੈਸੇ ਇਕੱਠੇ ਕਰਨਾ, ਉੱਥੇ ਪੱਥਰ ਲੱਗਦਾ ਸ਼ੋਅ ਕਰਨਾ ਤੇ ਟੋਕਰੀਆਂ ਰੱਖਣੀਆਂ, ਇਹਦੇ ਤੱਕ ਮਤਲਬ ਹੈ। ਸਾਡਾ ਵਿਰਸਾ ਸਾਨੂੰ ਸੰਭਾਲਣਾ ਪੈਣਾ। ਸੋ ਸਾਥੀਓ, ਆਪਾਂ ਇਹ ਜਿਹੜਾ ਸਾਡਾ ਵਿਰਸਾ ਸਾਨੂੰ ਬਹੁਤ ਔਖਾ ਮਿਲਿਆ ਹੈ ਤੇ ਇਹਨੂੰ ਜ਼ਰੂਰ ਸੰਭਾਲੀਏ। ਤੇ ਇਸੇ ਤਰ੍ਹਾਂ ਇਹ ਘਾਲਦੀ ਹੋਈ ਸਾਡੀ ਇਹ ਮਾਤਾ ਕਿਸ਼ਨ ਕੌਰ 10 ਅਗਸਤ 1952 ਨੂੰ ਸਾਡੇ ਕੋਲੋਂ ਵਿਛੋੜਾ ਦੇ ਗਈ, ਸਾਨੂੰ ਵਿਛੜ ਗਈ ਸਾਡੇ ਕੋਲੋਂ। ਪਰ ਉਹ ਵਿਛੜੀ ਨਹੀਂ, ਉਹਦੀਆਂ ਪਦ ਚਿੰਨ੍ਹਾਂ 'ਤੇ ਚੱਲਣ ਵਾਲੀਆਂ ਕੌਂਕੇ ਕਲਾਂ ਦੀਆਂ ਔਰਤਾਂ ਅੱਜ ਫੇਰ ਮੈਦਾਨ 'ਚ ਹੈ। ਕਿਉਂਕਿ ਮੈਦਾਨ ਭਖਿਆ। ਜਦੋਂ ਵੀ ਮੈਦਾਨ ਭਖਿਆ ਤਾਂ ਮਾਤਾ ਨੂੰ ਅਸੀਂ ਯਾਦ ਕੀਤਾ। ਮਾਤਾ ਦੀਆਂ ਵਾਰਸਾਂ ਨੇ ਉਸ ਮੈਦਾਨ 'ਚ ਮਾਤਾ ਵਾਂਗ ਹੀ ਕੁਰਬਾਨੀਆਂ ਕਰਨ ਦਾ ਤਹੱਈਆ ਕੀਤਾ। ਭਾਵੇਂ ਦਿੱਲੀ ਮੋਰਚਾ ਸੀ, ਭਾਵੇਂ ਸਿੰਘੂ ਸੀ, ਭਾਵੇਂ ਟਿਕਰੀ ਸੀ, ਤੇ ਭਾਵੇਂ ਪਿੰਡਾਂ ਦੇ ਵਿੱਚ ਲੱਗੇ ਰੇਲਵੇ ਸਟੇਸ਼ਨਾਂ 'ਤੇ ਧਰਨੇ ਸੀ। ਸਾਰਿਆਂ ਥਾਵਾਂ 'ਤੇ ਬਹੁਤ ਵੱਡੀ ਸ਼ਮੂਲੀਅਤ ਪਿੰਡ ਕੌਂਕੇ ਕਲਾਂ ਦੀਆਂ ਔਰਤਾਂ ਦੀ ਰਹੀ ਹੈ। ਖਾਸ ਕਰਕੇ ਔਰਤਾਂ ਦਾ ਨਾਮ ਮੈਂ ਵਾਰੀ-ਵਾਰੀ ਤਾਂ ਲੈ ਰਿਹਾ ਕਿਉਂਕਿ ਮਾਤਾ ਕਿਸ਼ਨ ਕੌਰ ਵਾਂਗ ਉਦੋਂ ਵੀ ਇਹ ਮਾਤਾ ਕੱਲੀ ਸੀ ਜਿਹਨੂੰ ਮਾਣ ਮਿਲਿਆ ਸੀ ਇਹਨਾਂ ਮੋਰਚਿਆਂ 'ਚ ਜਾਣ ਦਾ। ਪਰ ਅੱਜ ਉਸ ਮਾਤਾ ਦੇ ਪਦ ਚਿੰਨ੍ਹਾਂ 'ਤੇ ਚੱਲਦਿਆਂ ਕੌਂਕੇ ਕਲਾਂ ਦੇ ਘਰ ਘਰ ਦੇ ਵਿੱਚੋਂ ਆਵਾਜ਼ ਉੱਠੀ ਹੈ। ਭਾਵੇਂ ਕੋਈ ਨੌਜਵਾਨ ਲੜਕੀ ਸੀ, ਭਾਵੇਂ ਕੋਈ ਸਾਡੀ ਮਾਤਾ ਸੀ, ਉਹ ਲਗਾਤਾਰ ਧਰਨਿਆਂ ਮੁਜ਼ਾਹਰਿਆਂ 'ਤੇ ਜਾਂਦੀਆਂ ਰਹੀਆਂ। ਸਾਡੀਆਂ ਅੰਮ੍ਰਿਤਧਾਰੀ ਬੀਬੀਆਂ ਕੌਂਕਿਆਂ ਦੀਆਂ ਉਹ ਲਗਾਤਾਰ ਧਰਨਿਆਂ ਮੁਜ਼ਾਹਰਿਆਂ 'ਤੇ ਦਿਸਦੀਆਂ ਰਹੀਆਂ। ਭਾਵੇਂ ਕੋਈ ਜਾਵੇ, ਭਾਵੇਂ ਕੋਈ ਨਾ ਜਾਵੇ, ਦੋ ਭੈਣਾਂ ਦਾ ਪੂਰਾ ਹੀ ਇਹ ਬਣਾਇਆ ਹੋਇਆ ਸੀ ਵੀ ਅਸੀਂ ਜਾਣਾ ਹੀ ਜਾਣਾ ਹੈ। ਉਹ ਦੋਵੇਂ ਵੀ ਉੱਥੇ ਲਗਾਤਾਰ ਹਾਜ਼ਰੀ ਭਰਦੀਆਂ ਰਹੀਆਂ। ਇਸੇ ਤਰ੍ਹਾਂ ਲਗਾਤਾਰ ਹਾਜ਼ਰੀ ਔਰਤਾਂ ਦੀ ਇਸ ਧਰਨੇ 'ਚ, ਭਾਵੇਂ ਉਹ ਕਿਸੇ ਵੀ ਕਿਸਮ ਦੀ ਕਾਲ ਸੰਯੁਕਤ ਕਿਸਾਨ ਮੋਰਚੇ ਵੱਲੋਂ ਆਈ ਹੈ, ਇਹਦੇ 'ਤੇ ਸਾਰੀਆਂ ਔਰਤਾਂ ਨੇ, ਸਾਰੇ ਸਾਡੇ ਪਿੰਡ ਵਾਸੀਆਂ ਨੇ, ਦੂਜੇ ਪੰਜਾਬ ਵਾਸੀਆਂ ਦੇ ਨਾਲ ਰਲ ਕੇ ਹਰ ਹਮਲੇ 'ਚ, ਹਰ ਸੰਘਰਸ਼ 'ਚ ਸ਼ਾਮਲ ਹੋਣ ਦਾ ਯਤਨ ਕੀਤਾ ਤੇ ਕਾਮਯਾਬੀ ਨਾਲ ਆਪਾਂ ਜਿੱਤ ਕੇ ਦਿੱਲੀ ਤੋਂ ਇਹ ਮੋਰਚਾ ਆਏ ਹਾਂ। ਸੋ ਅੱਜ ਮੈਂ ਯਤਨ ਕੀਤਾ ਕਿ ਆਪਾਂ ਸਾਰੇ ਸਾਥੀਆਂ ਤੱਕ ਮਾਤਾ ਕਿਸ਼ਨ ਕੌਰ ਦਾ ਇਤਿਹਾਸ ਪਹੁੰਚਾਈਏ। ਸੋ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਇਸ ਜਿਹੜੀ ਅੱਜ ਆਪਣੀ ਇਹ ਨਾਲ ਦੀ ਨਾਲ ਆਪਾਂ ਇਤਿਹਾਸ ਸੁਣਿਆ ਤੇ ਨਾਲ ਦੀ ਨਾਲ ਹੀ ਆਪਾਂ 26 ਜਨਵਰੀ ਦਾ ਇਹ ਸਾਡਾ ਜਿਹੜਾ ਅਸੀਂ ਉਦੋਂ ਮੁਜ਼ਾਹਰਾ ਕੀਤਾ ਸੀ, ਇਹ ਦੇਖ ਰਹੇ ਆ ਸਾਰੇ। ਇਹਨੂੰ ਆਪਾਂ ਬਹੁਤ ਵੱਡੀ ਪੱਧਰ 'ਤੇ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਮੇਰੇ ਚੈਨਲ ਨੂੰ, ਕਿਉਂਕਿ ਮੈਂ ਇਹਦੇ 'ਤੇ ਲਗਾਤਾਰ ਹੁਣ ਯਤਨ ਕਰੂੰਗਾ ਵੀ ਹੋਰ ਵੀ ਵੀਡੀਓ ਜਿੰਨਾ ਵੀ ਆਪਣਾ ਕੌਂਕੇ ਕਲਾਂ ਦਾ ਹੁਣ ਤੱਕ ਸੰਘਰਸ਼ 'ਚ ਪਾਇਆ ਯੋਗਦਾਨ ਉਹਨੂੰ ਸੰਭਾਲਿਆ ਜਾਵੇ ਤੇ ਨਾਲ ਦੀ ਨਾਲ ਹੀ ਉਹਨੂੰ ਆਪਣੇ ਜਿਹੜੇ YouTube ਚੈਨਲ ਆ ਉਹਦੇ 'ਤੇ ਪਾਇਆ ਜਾਵੇ ਤਾਂ ਕਿ ਲੋਕਾਂ ਤੱਕ ਪਹੁੰਚ ਸਕੇ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।